ਆਦ ਕੀਆਂ ਕਥਾ ਕਹਾਣੀਆਂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਵਿਖਮ ਨਦੀ ਜਾਏ ਤਰਣੀ। ਕਾਬਲੇ ਅਦਬ ਪਰਮ ਸਨਮਾਨਯੋਗ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਸਦਕਾ ਅੱਜ ਆਪਾਂ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਹੋਣਾ ਦੇ ਜੋਤੀ ਜੋਤ ਸਮਾਉਣ ਦੇ ਗੁਰਪੁਰਬ ਦਿਹਾੜੇ ਦੇ ਸੰਬੰਧ ਵਿੱਚ ਉਸ ਇਤਿਹਾਸ ਦੀ ਸਾਂਝ ਪਾਵਾਂਗੇ। ਤੋ ਕਰੋ ਕਿਰਪਾ, ਬਖਸ਼ੋ ਅਸੀਸ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਨ੍ਹਾਂ ਸਤਿਗੁਰਾਂ ਦਾ ਜੀਵਨ ਬੜਾ ਵਿਲੱਖਣ, ਕਿਉਂਕਿ ਜਿਸ ਉਮਰਾਂ ਦੇ ਵਿੱਚ ਆ ਕੇ, ਆਰਬਲਾ ਦੇ ਵਿੱਚ ਆ ਕੇ ਮਨੁੱਖ ਇਹ ਸੋਚਣ ਲੱਗ ਜਾਂਦਾ ਹੈ ਕਿ ਹੁਣ ਇਹਦੇ ਤੋਂ ਅੱਗੇ ਕੀ ਹੋ ਸਕਦਾ, ਮੈਂ ਕੀ ਕਰ ਸਕਦਾ ਹਾਂ। ਕਿਉਂਕਿ 62 ਸਾਲ ਦੀ ਉਮਰ ਹੈ ਮਹਾਰਾਜ ਦੀ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਹੋਣਾ ਦੀ ਸ਼ਰਨ ਵਿੱਚ ਆਉਂਦੇ। 62 ਈਅਰ ਦੇ ਵਿੱਚ ਜਿੱਥੇ ਜਾ ਕੇ ਮਨੁੱਖ ਬਜ਼ੁਰਗੀ ਦਾ, ਬੁਢਾਪੇ ਦਾ ਅਹਿਸਾਸ ਕਰਦਿਆਂ ਕਹਿੰਦਾ ਹੁਣ ਮੇਰੇ ਤੋਂ ਕੀ ਹੋ ਸਕਦਾ। ਪਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ 62 ਸਾਲ ਦੀ ਉਮਰਾਂ ਵਿੱਚ 1540 ਈਸਵੀ ਸਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦੀ ਚਰਨ ਸ਼ਰਨ ਆਉਂਦੇ। ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਹੋਣਾ ਦਾ ਜਿਹੜਾ ਪ੍ਰਕਾਸ਼ ਆ ਉਹ 1479 ਦਾ ਆ। 62 ਸਾਲ ਦੀ ਆਰਬਲਾ ਵਿੱਚ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਖਡੂਰ ਸਾਹਿਬ ਦੀ ਧਰਤੀ 'ਤੇ ਆਉਂਦੇ ਆ ਅਤੇ 74 ਸਾਲ ਤੱਕ 74 ਈਅਰ 74 ਸਾਲ ਦੀ ਉਮਰਾਂ ਤੱਕ ਉਹ ਸੇਵਾ ਕਰਦੇ ਆ, 12 ਸਾਲ ਲਗਾਤਾਰ। ਆਮ ਦੁਨਿਆਵੀ ਤੌਰ 'ਤੇ ਕਿਸੇ ਮਨੁੱਖ ਨੂੰ ਕੋਈ ਗੱਲ ਇਹੋ ਜਿਹੀ ਕਰੇ ਤੇ ਕਹਿੰਦੇ ਜੀ ਇਹ 70 ਗਿਆ। ਪਰ ਗੁਰੂ ਅਮਰਦਾਸ ਮਹਾਰਾਜ 74 ਸਾਲ ਦੀ ਆਰਬਲਾ ਦੇ ਵਿੱਚ ਤਖਤ ਦੇ ਉੱਤੇ ਬਿਰਾਜਮਾਨ ਹੁੰਦੇ ਆ, ਗੁਰਤਾ ਗੱਦੀ ਦੇ ਮਾਲਕ ਬਣਦੇ ਆ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਜਿਹਨੂੰ ਸਿੱਖੀ ਦਾ ਧੁਰਾ ਆਖਿਆ ਗਿਆ, ਗੋਇੰਦਵਾਲ ਸਿੱਖੀ ਦਾ ਧੁਰਾ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਧਰਤ 'ਤੇ ਜਿੱਥੇ ਗੁਰੂ ਘਰ ਦੀਆਂ ਮਰਿਆਦਾ ਜਿਹੜੀ ਹੈ ਉਹ ਬੰਨੀ, ਉਹਨੂੰ ਪੱਕਾ ਕਰ ਦਿੱਤਾ ਕਿ ਪਹਿਲੇ ਪੰਗਤ ਪਾਛੇ ਸੰਗਤ। ਪੰਗਤ ਵਿੱਚ ਬੈਠੋ, ਵਿਤਕਰਾ ਮਿਟਾ ਕੇ ਇੱਕੋ ਥਾਂ 'ਤੇ ਵਰਨ ਵੰਡ ਜਾਤ ਦਾ ਕੋਈ ਭੇਦਭਾਵ ਨਹੀਂ, ਪ੍ਰਸ਼ਾਦਾ ਛਕੋ। ਅਕਬਰ ਵਰਗਾ ਵੀ ਬਾਦਸ਼ਾਹ ਆਉਂਦਾ ਅਤੇ ਉਹ ਵੀ ਪੰਗਤ ਵਿੱਚ ਬੈਠ ਕੇ ਲੰਗਰ ਛਕਦਾ। ਫਿਰ ਸੰਗਤ ਕਰੋ, ਉਹ ਵੀ ਬਿਨਾਂ ਵਿਤਕਰੇ ਤੋਂ ਬੈਠੋ, ਬਈ ਇੱਥੇ ਨਹੀਂ, ਇੱਥੇ ਮਾੜਾ ਇਹਦੀ ਲੈਣ, ਇੱਥੇ ਨਹੀਂ, ਜਿੱਥੇ ਕਿਸੇ ਨੂੰ ਥਾਂ ਮਿਲਦੀ ਉੱਥੇ ਬੈਠੋ। ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਚਾਰ ਵਾਸਤੇ 22 ਮੰਜੀਆਂ ਅਤੇ 52 ਪੀੜੇ, ਇਹਨਾਂ ਦੀ ਥਾਪਣਾ ਵੀ ਗੋਇੰਦਵਾਲ ਸਾਹਿਬ ਤੋਂ ਕੀਤੀ। ਸਭ ਨਾਲੋਂ ਵੱਡੀ ਭਿੱਟ ਜਿਹੜੀ ਆ ਉਹ ਪਾਣੀ ਦੀ ਮੰਨੀ ਜਾਂਦੀ ਆ। ਮਹਾਰਾਜ ਗੁਰੂ ਅਮਰਦਾਸ ਜੀ ਨੇ ਬੌਲੀ ਸਾਹਿਬ ਦਾ ਨਿਰਮਾਣ ਕਰਾ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕੋ ਥਾਂ 'ਤੇ ਇਸ਼ਨਾਨ ਕਰਨਾ, ਜਲ ਲੈਣਾ, ਇਹ ਵੀ ਦਾਤ ਕਿਰਪਾ ਕਰਕੇ ਦੇ ਦਿੱਤੀ। ਫਿਰ ਸਮਾਜਿਕ ਬੁਰਾਈਆਂ ਜਿਹੜੀਆਂ ਉਹਨਾਂ ਉੱਤੇ ਚੋਟ ਕੀਤੀ, ਸਤੀ ਪ੍ਰਥਾ ਵਰਗਾ ਲੱਗਾ ਸਮਾਜ ਨੂੰ ਕੋੜ, ਜਿਹੜਾ ਔਰਤ ਨੂੰ ਇਸ ਗੱਲ ਲਈ ਮਜਬੂਰ ਕਰਦਾ ਕਿ ਜੇ ਉਹਦਾ ਸਿਰ ਦਾ ਸਾਈਂ ਗੁਜ਼ਰ ਗਿਆ, ਉਹਦੀ ਡੈਥ ਹੋ ਗਈ ਹੈ,
ਤਾਂ ਉਸ ਔਰਤ ਨੂੰ ਜਿਉਣ ਦਾ ਕੋਈ ਹੱਕ ਨਹੀਂ, ਉਹਨੂੰ ਵੀ ਆਪਣੇ ਪਤੀ ਦੀ ਚਿਖਾ 'ਤੇ ਜਿਉਂਦੇ ਜੀ ਸੜ ਕੇ ਮਰਨਾ ਚਾਹੀਦਾ। ਇਹ ਮਨੂ ਸਿਮਰਤੀ ਜਾਂ ਵਰਨ ਵੰਡ ਵਾਲਾ ਜਿਹੜਾ ਵਿਪਰ ਹੈ ਉਹ ਕਹਿੰਦਾ ਸੀ ਵੀ ਔਰਤ ਜਿਹੜੀ ਹੈ ਜੇ ਉਹਦਾ ਪਤੀ ਚਲਾ ਗਿਆ ਹੈ ਤਾਂ ਉਹਨੂੰ ਜਿਉਣ ਦਾ ਹੱਕ ਨਹੀਂ ਹੈ। ਇੱਕ ਪ੍ਰਕਾਰ ਦੀ ਉਹਨੂੰ ਸਜ਼ਾ ਸੀ ਔਰਤ ਨੂੰ, ਵੀ ਤੇਰੇ ਕਾਰਨ ਇਹ ਪਤੀ ਤੇਰਾ ਮਰਿਆ ਹੈ ਅਤੇ ਇਸੇ ਕਰਕੇ ਤੂੰ ਵੀ ਜਿਉਂਦੀ ਨਹੀਂ ਰਹਿ ਸਕਦੀ। ਪੁਨਰ ਵਿਆਹ ਦੀ ਕੋਈ ਵਿਵਸਥਾ ਨਹੀਂ ਸੀ। ਅੱਜ ਜਿਵੇਂ ਆਪਾਂ ਵੇਖਦੇ ਹਾਂ ਨਾ, ਕੋਈ ਖੇਡ ਬਣਦੀ ਇਹੋ ਜਿਹੀ ਬਹੁਤ ਥਾਵਾਂ 'ਤੇ ਕਿ ਕਈ ਵਾਰ ਅਜੇ ਚੂੜਾ ਵੀ ਨਹੀਂ ਲੱਥਾ ਹੁੰਦਾ ਬੱਚੀਆਂ ਦੇ ਹੱਥ 'ਚੋਂ, ਕਿਸੇ ਨਾ ਕਿਸੇ ਕਾਰਨ ਕਰਕੇ ਉਹ ਸਰੀਰ ਚਲਾ ਜਾਂਦਾ ਦੁਨੀਆ ਤੋਂ, ਬਿਮਾਰੀ ਹੋਵੇ ਜਾਂ ਕੋਈ ਹੋਰ ਇੰਸੀਡੈਂਟ ਬਣੇ, ਅਤੇ ਫਿਰ ਉਹ ਬੱਚੀਆਂ ਜੇ ਉਹ ਪਰਿਵਾਰ ਮਿਲ ਕਰਕੇ ਆਪਸ ਵਿੱਚ ਸਲਾਹ ਕਰਦੇ ਆ, ਕਈਆਂ ਥਾਵਾਂ 'ਤੇ ਤਾਂ ਸਹੁਰਾ ਪਰਿਵਾਰ ਇਹੋ ਜਿਹਾ ਮਿਲਦਾ ਵੀ ਉਹ ਪਰਤ ਕੇ ਆਪਣੀਆਂ ਧੀਆਂ ਬਣਾ ਕੇ ਉਹਨਾਂ ਨੂੰ ਗਾਂਹ ਵਿਆਹੁੰਦੇ ਆ, ਧੀਆਂ ਦੀ ਤਰ੍ਹਾਂ ਤੋਰਦੇ ਆ ਵੀ ਭਾਈ ਤੂੰ ਸਾਡੇ ਘਰ ਆਈ ਸੈਂ, ਚਲੋ ਸਾਡਾ ਪੁੱਤ ਨਹੀਂ ਰਿਹਾ ਅਤੇ ਤੈਨੂੰ ਅਸੀਂ ਧੀ ਬਣਾ ਕੇ ਜਿਹੜਾ ਹੈ ਤੋਰਾਂਗੇ, ਅਤੇ ਵਰਤਦੇ ਵੀ ਉਹਨਾਂ ਨਾਲ ਪਰਤ ਕੇ ਧੀਆਂ ਦੀ ਤਰ੍ਹਾਂ ਹੈ। ਇਹੋ ਜਿਹੇ ਵੀ ਪਰਿਵਾਰ ਹਨ, ਲੇਕਿਨ ਉਹ ਸਮਾਂ ਇਹੋ ਜਿਹਾ ਸੀ। ਇਹ ਜਿਹੜੀ ਅੱਜ ਜੋ ਸਾਡੇ ਕੋਲੇ ਇਹ ਵਿਵਸਥਾ ਹੈ ਪੁਨਰ ਵਿਆਹ ਦੀ, ਜਾਂ ਕੋਈ ਮਨੁੱਖ ਜਿਹੜਾ ਹੈ ਉਹਦਾ ਸਮਾਂ ਪਾ ਕੇ ਕੋਈ ਜੀਵਨ ਸਾਥੀ ਚਲਾ ਜਾਂਦਾ ਹੈ, ਪਤਨੀ ਚਲੀ ਜਾਏ ਤਾਂ ਉਹ ਵਿਆਹ ਕਰਾ ਲੈਂਦਾ ਹੈ, ਜਾਂ ਪਤੀ ਚਲਾ ਜਾਏ ਤਾਂ ਪਤਨੀ ਵਿਆਹ ਕਰਾ ਲੈਂਦੀ ਹੈ। ਇਹ ਉਸ ਵਕਤ ਨਹੀਂ ਸੀ। ਵਿਧਵਾ ਨੂੰ ਜਾਂ ਤਾਂ ਉਹਨਾਂ ਨੂੰ ਦਿਵਾਲਿਆਂ ਦੇ ਵਿੱਚ ਛੱਡ ਦਿੱਤਾ ਜਾਂਦਾ ਸੀ, ਜਿੱਥੇ ਉਹਨਾਂ ਨੂੰ ਦਾਸੀਆਂ ਬਣਾ ਕੇ ਪੁਜਾਰੀ ਉਹਨਾਂ ਦਾ ਸ਼ੋਸ਼ਣ ਕਰਦੇ, ਅਤੇ ਫਿਰ ਉੱਥੋਂ ਚਲਦਿਆਂ ਉਹ ਜੀਵਨ ਵਿਚਾਰੇ ਕੋਠਿਆਂ ਤੱਕ ਪਹੁੰਚ ਜਾਂਦੇ ਸਨ। ਲੇਕਿਨ ਮਹਾਰਾਜ ਨੇ ਕਿਰਪਾ ਕੀਤੀ। ਸਾਹਿਬ ਕਹਿੰਦੇ ਭਾਈ ਪ੍ਰਾਣ ਜਿਹੜੇ ਨੇ ਉਹ ਦੇਣੇ ਅਤੇ ਲੈਣੇ ਤਾਂ ਪਰਮੇਸ਼ਰ ਦੇ ਵੱਸ 'ਚ ਆ, ਅਤੇ ਜੇ ਕਿਸੇ ਦਾ ਪਤੀ ਚਲਾ ਗਿਆ ਉਸ ਔਰਤ ਤੋਂ ਤੁਸੀਂ ਜਿਉਣ ਦਾ ਹੱਕ ਕਿਵੇਂ ਖੋਹ ਸਕਦੇ ਹੋ, ਉਹਨੂੰ ਇਸ ਦਾ ਦੋਸ਼ੀ ਕਿਵੇਂ ਠਹਿਰਾ ਸਕਦੇ ਹੋ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਮੇਂ ਦਰਮਿਆਨ ਇੱਕ ਪੁਨਰ ਵਿਆਹ ਕੀਤਾ। ਉਹ ਰਾਜੇ ਦੀ ਰਾਣੀ ਜਿਹੜੀ ਘੁੰਡ ਕੱਢ ਕੇ ਦਰਸ਼ਨ ਕਰਨ ਆ ਗਈ ਸੀ, ਮਹਾਰਾਜ ਦਾ ਹੁਕਮ ਨਾ ਮੰਨ ਕਮਲੀ ਹੋ ਗਈ, ਅਤੇ ਭਾਈ ਸੱਚਣ ਸੱਚ ਜੀ ਉਹਨਾਂ ਦੇ ਗਲ ਵੀ ਪਈ, ਪਰਤ ਕੇ ਉਹਨੂੰ ਜਦੋਂ ਲਿਆਂਦਾ, ਅਤੇ ਮਹਾਰਾਜ ਨੇ ਫਿਰ ਭਾਈ ਸੱਚਣ ਸੱਚ ਦੇ ਨਾਲ ਉਸ ਰਾਣੀ ਦਾ ਆਨੰਦ ਕਾਰਜ ਕਰਵਾਇਆ, ਪੁਨਰ ਵਿਆਹ ਕਰਵਾ ਦਿੱਤਾ। ਅਤੇ ਸਤੀ ਪ੍ਰਥਾ ਜਿੱਥੇ ਮਹਾਰਾਜ ਨੇ ਉਹਦੇ ਵਿਰੁੱਧ ਆਵਾਜ਼ ਉਠਾਈ, ਬਾਣੀ 'ਚ ਵੀ ਆਪਾਂ ਸਲੋਕ ਪੜ੍ਹਦੇ ਹਾਂ, ਸਤੀਆਂ ਇਹ ਨਾ ਆਖਣ ਜੇ ਮੜਿਆਂ ਲੱਗ ਜਲਨ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਵਕਤ ਦੇ ਹਾਕਮਾਂ ਨੂੰ ਵੀ ਆਖਿਆ ਵੀ ਇਸ ਪ੍ਰਥਾ ਨੂੰ ਸਖਤੀ ਦੇ ਨਾਲ ਬੰਦ ਕਰਨਾ ਚਾਹੀਦਾ। ਇਹ ਵੀ ਸਤਿਗੁਰੂ ਮਹਾਰਾਜ, ਕਿਉਂਕਿ ਸਮਾਜ ਵਿੱਚ ਜਿਹੜੀਆਂ ਬੁਰਾਈਆਂ ਨੇ, ਕੁਰੀਤੀਆਂ ਨੇ, ਉਹਨਾਂ ਨੂੰ ਦੂਰ ਕਰਨ ਵਾਸਤੇ ਸਤਿਗੁਰਾਂ ਨੇ ਆਵਾਜ਼ ਉਠਾਈ। ਹੁਣ ਜਦੋਂ 1574 ਦੇ ਵਿੱਚ ਉਸ ਵਕਤ ਮਹਾਰਾਜ, ਕਿਉਂਕਿ 74 ਸਾਲ ਦੀ ਆਰਬਲਾ ਦੇ ਵਿੱਚ ਸਤਿਗੁਰੂ ਤਖਤ 'ਤੇ ਬਿਰਾਜਮਾਨ ਹੁੰਦੇ, ਅਤੇ 22 ਸਾਲ ਮਹਾਰਾਜ ਗੁਰਤਾ ਗੱਦੀ 'ਤੇ ਬੈਠ ਕੇ ਰਹਿਮਤਾਂ ਕਰਦੇ ਆ। ਜਿਸ ਬੁਢਾਪੇ ਨੂੰ ਦੁੱਖਾਂ ਦਾ ਘਰ ਕਿਹਾ ਜਾਂਦਾ, ਮਹਾਰਾਜ ਨੇ ਉਸ ਬਜ਼ੁਰਗੀ ਵਿੱਚ ਆਨੰਦ ਸਾਹਿਬ ਵਰਗੀ ਬਾਣੀ ਉਚਾਰਨ ਕਰਕੇ ਆਖਿਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਲਗਭਗ ਉਸ ਵਕਤ ਸਤਿਗੁਰਾਂ ਦੀ ਜਿਹੜੀ ਆਰਬਲਾ ਹੈ 1574 ਵਿੱਚ ਆਪਾਂ ਵੇਖੀਏ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਆਰਬਲਾ ਹੈ ਉਹ 95-96 ਸਾਲ ਦੇ ਲਗਭਗ ਬਣਦੀ ਹੈ। ਸਤਿਗੁਰਾਂ ਨੇ ਜਦੋਂ ਸਰੀਰ ਕਚੋਲਾ ਤਿਆਗਣਾ ਹੈ, ਉਹਦੇ ਤੋਂ ਪਹਿਲਾਂ ਜਿੱਥੇ ਮਹਾਰਾਜ ਜੀ ਨੇ ਗੁਰਤਾ ਗੱਦੀ ਦਾ ਫੈਸਲਾ ਕੀਤਾ, ਉੱਥੇ ਮਹਾਰਾਜ ਨੇ ਇੱਕ ਕਿਰਪਾ ਕੀਤੀ, ਆਪਣੇ ਵੱਲੋਂ ਇੱਕ ਉਹਨੂੰ ਅਸੀਂ ਵਸੀਅਤਨਾਮਾ ਕਹਿ ਦਿੰਦੇ ਹਾਂ। ਜਿਵੇਂ ਦੁਨਿਆਵੀ ਕੋਈ ਬੰਦਾ ਵਸੀਅਤ ਕਰਦਾ ਹੈ ਆਪਣੇ ਬੱਚਿਆਂ ਦੇ ਨਾਂ 'ਤੇ ਵੀ ਮੇਰੀ ਇੰਨੀ ਜ਼ਮੀਨ, ਉਹਦੇ 'ਚੋਂ ਇੰਨੀ ਇਹਨੂੰ ਦਿੱਤੀ ਜਾਏ, ਇੰਨੀ ਇਹਨੂੰ ਆਹ ਪਾਇਆ ਪੈਸੇ, ਇਹਨੂੰ ਆਹ ਕੁਝ। ਮਹਾਰਾਜ ਨੇ ਰੂਹਾਨੀਅਤ ਦੀ ਵਸੀਅਤ ਕੀਤੀ ਅਤੇ ਸਾਡੇ ਲਈ ਮਰਿਆਦਾ ਥਾਪੀ।
ਸੱਦ ਬਾਣੀ ਜਿਹੜੀ ਆਪਾਂ ਰਾਮਕਲੀ ਰਾਗ ਵਿੱਚ ਪੜ੍ਹਦੇ ਹਾਂ, ਉਹ ਮਹਾਰਾਜ ਦੇ ਬੋਲ ਨੇ, ਉਹਨੂੰ ਅੱਖਰਾਂ ਦਾ ਜਾਮਾ ਉਹਨਾਂ ਦੇ ਪੜਪੋਤੇ ਬਾਬਾ ਸੁੰਦਰ ਜੀ ਹੋਣਾ ਨੇ ਪਹਿਨਾਇਆ। ਉਹਦੀਆਂ 6 ਪੌੜੀਆਂ ਨੇ, 6 ਪਦੇ ਆ ਉਸ ਬਾਣੀ ਦੇ। 6 ਪਦਿਆਂ ਦੇ ਵਿੱਚ ਮਹਾਰਾਜ ਨੇ ਜਿੱਥੇ ਕਿਰਪਾ ਕੀਤੀ ਆ, ਆਪਣੇ ਸਰੀਰਕ ਚੋਲੇ ਨੂੰ ਤਿਆਗਣ ਦਾ ਉਸ ਪਰਮੇਸ਼ਰ ਵੱਲੋਂ ਆਏ ਸੱਦੇ ਦਾ ਜ਼ਿਕਰ ਕੀਤਾ। ਉੱਥੇ ਸਤਿਗੁਰਾਂ ਨੇ ਗੁਰਤਾ ਗੱਦੀ ਦੀ ਦਾਤ ਜਿਹੜੀ ਹੈ ਉਹ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਖਸ਼ੀ, ਉਹਦਾ ਵੀ ਜ਼ਿਕਰ ਹੈ। ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮੰਨ ਲਈ ਰਜਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੇ ਪੈਰੀ ਪਾਏ ਜੀਓ। ਉੱਥੇ ਇੱਕ ਬਚਨ ਆਇਆ, ਕਹਿੰਦੇ ਜੋ ਮਾਲਕ ਨੇ ਕਿਹਾ ਹੈ ਉਹੀ ਉਸ ਪਰਮੇਸ਼ਰ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ। ਔਰ ਉਹਨਾਂ ਨੇ ਆਪਣੀ ਸਰੀਰਕ ਹਯਾਤੀ ਵਿੱਚ ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਤਾਂ ਉੱਥੇ ਮਹਾਰਾਜ ਨੇ ਫਿਰ ਇਹ ਵੀ ਬਚਨ ਆਖਿਆ, ਕਹਿੰਦੇ ਸਾਨੂੰ ਭਾਈ ਉਸ ਪਰਮੇਸ਼ਰ ਦੇ ਘਰ ਤੋਂ ਸੱਦਾ ਆ ਗਿਆ। ਤੇ ਕੀ ਕਰਦੇ ਸਨ ਅਕਸਰ ਲੋਕ ਦੁਨਿਆਵੀ ਤੌਰ ਤੇ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਤੇ 2 ਚੀਜ਼ਾਂ ਚੱਲਦੀਆਂ ਸਨ। ਇੱਕ ਤਾਂ ਜੰਮਣ ਤੇ ਸੂਤਕ ਕਿਹਾ ਜਾਂਦਾ ਸੀ, ਇੰਨੇ ਦਿਨ ਇਹ ਰਹੇਗਾ, ਤੇ ਮਰਨ ਤੋਂ ਬਾਅਦ ਕੋਈ ਚਲਾਣਾ ਕਰ ਜਾਂਦਾ ਸੀ, ਉਸ ਘਰ ਵਿੱਚ ਕਹਿੰਦੇ ਸਨ ਪਾਤਕ ਆ ਗਿਆ। ਸੂਤਕ ਤੇ ਪਾਤਕ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਵੀ ਭਾਈ ਇਹ ਜੋ ਗੁਰੂ ਨਾਨਕ ਸਾਹਿਬ ਜੀ ਨੇ ਪੰਥ ਚਲਾਇਆ, ਮਰਨ ਤੋਂ ਬਾਅਦ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਤੇ ਵਾਧੂ ਦੇ ਕਰਮ ਕਾਂਡ, ਰਸਮਾਂ ਜਿਹੜੀਆਂ ਉਹ ਨਹੀਂ ਕਰਨੀਆਂ। ਔਰ ਅਸੀਂ ਬਾਣੀ 'ਚ ਪੜ੍ਹਦੇ ਹਾਂ ਅਕਸਰ, ਨਹੀਂ ਤੇ ਵਿਪਰ ਨੇ ਇਹੋ ਜਿਹਾ ਚੱਕਰ ਪਾਇਆ ਵੀ ਇੱਕ ਤਾਂ ਅਗਲਿਆਂ ਦਾ ਜੀ ਚਲਾ ਜਾਂਦਾ, ਦੂਜਾ ਉਹਨਾਂ ਤੋਂ ਖਰਚਾ ਇੰਨਾ ਕੁ ਕਰਾ ਦਿੰਦੇ, ਉਹਦੀ ਮੁਕਤੀ, ਉਹਦਾ ਆ ਕੁਝ ਕਿ ਪਿਛਲੇ ਜਿਉਂਦਿਆਂ ਦਾ ਹੀ ਮਰਨ ਹੋ ਜਾਂਦਾ। ਮਹਾਰਾਜ ਨੇ ਬੜੀ ਸਾਦਗੀ ਵਾਲੀ ਜਿਹੜੀ ਹੈ ਉਹ ਸਾਨੂੰ ਮਰਿਆਦਾ ਦਿੱਤੀ ਵੀ ਭਾਈ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਤਾਂ ਉੱਥੇ ਕੀ ਕਰਨਾ। ਮਹਾਰਾਜ ਨੇ ਉੱਥੇ ਬਚਨ ਲਿਖੇ ਆ, ਪਹਿਲਾਂ ਤੇ ਕਹਿੰਦੇ ਸਮਝੋ, ਆਇਆ ਹਕਾਰਾ ਚੱਲਣ ਵਾਰਾ, ਹਰ ਰਾਮ ਨਾਮ ਸਮਾਇਆ। ਹਕਾਰਾ ਭਾਵ ਕਿ ਉਹਦੇ ਘਰ ਚੋਂ ਹਾਕ ਆ ਗਈ, ਸੱਦਾ ਆ ਗਿਆ, ਹੁਣ ਤੁਰਨਾ ਹੈ। ਤੇ ਤੁਰਨ ਤੋਂ ਪਹਿਲਾਂ ਮਹਾਰਾਜ ਨੇ ਬਚਨ ਕਹਿ ਕਹਿੰਦੇ ਅੰਤੇ ਸਤਿਗੁਰ ਬੋਲਿਆ। ਇੱਕ ਪਹਿਲਾ ਬਚਨ ਕਿਹਾ, ਕਹਿੰਦੇ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ। ਮਹਾਰਾਜ ਨੇ ਪਰਿਵਾਰ ਨੂੰ ਇਕੱਠਾ ਕੀਤਾ, ਕਹਿੰਦੇ ਭਾਈ ਤੁਹਾਨੂੰ ਮੈਂ ਇੱਕ ਗੱਲ ਕਹਿਣੀ ਹੈ, ਮਤ ਮੈਂ ਪਿੱਛੇ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ। ਮੇਰੇ ਤੋਂ ਬਾਅਦ ਅਸੀਂ ਸਰੀਰਕ ਚੋਲਾ ਤਿਆਗਣਾ, ਕਿਸੇ ਨੇ ਰੋਣਾ ਨਹੀਂ। ਜੇ ਕੋਈ ਰੋਏਗਾ ਤਾਂ ਸਾਨੂੰ ਬਿਲਕੁਲ ਵੀ ਚੰਗਾ ਨਹੀਂ ਲੱਗੇਗਾ, ਉਹਦੇ ਉੱਤੇ ਸਾਡੀ ਖੁਸ਼ੀ ਨਹੀਂ ਹੋਏਗੀ। ਮਹਾਰਾਜ ਜੇ ਰੋਈਏ ਨਾ ਤਾਂ ਫਿਰ ਉਹ ਥਾਂ ਤੇ ਕਰਾਂਗੇ ਕੀ। ਮਹਾਰਾਜ ਨੇ ਫਿਰ ਬਚਨ ਕਿਹਾ, ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕਹਿੰਦੇ ਤੁਸੀਂ ਮਿਲ ਕੇ ਗੁਰਬਾਣੀ ਗਾਇਓ, ਗੁਰਬਾਣੀ ਦੀ ਕੀਰਤੀ ਕਰਿਓ, ਕੀਰਤਨ ਕਰਿਓ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਕਹਿੰਦੇ ਤੁਸੀਂ ਰੱਬ ਦੇ ਪਿਆਰੇ ਗੁਰਸਿੱਖ, ਪੰਡਿਤ ਸ਼ਬਦ ਵੇਸ ਭੂਸ਼ਾ ਦਾ ਨਾਮ ਨਹੀਂ ਹੈ। ਪੰਡਿਤ ਸੋ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁੱਧ ਹੈ। ਕਹਿੰਦੇ ਵਿਵੇਕ ਨੂੰ ਪੁੱਜਿਆ, ਅਸੀਂ ਸੋਚਦੇ ਹਾਂ ਵੀ ਸ਼ਾਇਦ ਭਾਈ ਧੋਤੀ ਲਾਈ ਹੈ, ਬੋਦੀ ਰੱਖੀ ਹੈ, ਐਸਾ ਕੁਝ ਕੀਤਾ, ਉਹ ਪੰਡਿਤ ਨਹੀਂ। ਇਹ ਇੱਕ ਅਵਸਥਾ ਹੈ, ਕੇਵਲ ਜਿਹੜਾ ਉਹ ਬਾਹਰਲੀ ਵੇਸ ਭੂਸ਼ਾ ਦਾ ਨਾਮ ਪੰਡਿਤ ਨਹੀਂ ਹੈ। ਪੰਡਿਤ ਦਾ ਅਰਥ ਅਖਰੀ ਵਿਦਵਾਨ ਵੀ ਹੁੰਦਾ। ਤੋ ਮਹਾਰਾਜ ਕਹਿੰਦੇ ਤੁਸੀਂ ਰੱਬੀ ਪਿਆਰੇ ਗੁਰਸਿੱਖਾਂ ਨੂੰ ਬੁਲਾਉਣਾ, ਉਹ ਮਿਲ ਬੈਠ ਕੇ ਰੱਬ ਦੇ ਘਰ ਦੀਆਂ ਬਾਤਾਂ ਕਰਨ, ਇਹ ਹੀ ਸਾਡੇ ਵਾਸਤੇ। ਫਿਰ ਉਹਦੇ ਤੋਂ ਬਾਅਦ ਤੁਸੀਂ ਕਿਤੇ ਵੀ ਇਹ ਨਹੀਂ ਵੇਖੋਗੇ, ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰਤਾ ਗੱਦੀ ਦੀ ਦਾਤ ਗੁਰੂ ਰਾਮਦਾਸ ਜੀ ਨੂੰ ਸੌਂਪ ਦਿੱਤੀ, ਤੇ ਮਹਾਰਾਜ ਨੇ ਜੋ ਬਚਨ ਲਿਖੇ ਨਾ ਸੱਦ ਬਾਣੀ ਵਿੱਚ, ਜੋ ਕਿਹਾ ਵੀ ਸਾਡੇ ਤੋਂ ਬਾਅਦ ਕੀ ਕਰਨਾ, ਉਸੇ ਤਰ੍ਹਾਂ ਹੀ ਪਰਿਵਾਰ ਨੇ ਕੀਤਾ। ਮਹਾਰਾਜ ਜੀ ਨੇ ਸਰੀਰਕ ਚੋਲਾ ਤਿਆਗਿਆ ਤੇ ਸਤਿਗੁਰਾਂ ਦੇ ਤਨ ਨੂੰ ਅਗਨ ਭੇਂਟ ਕਰਕੇ ਬਿਆਸਾ ਦੇ ਕੰਢੇ
ਤੇ ਜਿਹੜੇ ਅੰਗੀਠਾ ਸਾਹਿਬ ਸੀ ਉਹ ਸੰਭਾਲ ਕੇ ਬਿਆਸਾ ਦੇ ਵਿੱਚ ਪਾ ਦਿੱਤਾ ਗਿਆ। ਅਸੀਂ ਅੱਜ ਵੇਖਦੇ ਹਾਂ ਬਹੁਤ ਵਾਰ ਇਹੋ ਜਿਹਾ ਕੁਝ ਹੈ ਬਈ ਜੇ ਧਨ ਕੋਲ ਵੀ ਨਹੀਂ, ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ, ਉਹਦਾ ਸੰਸਕਾਰ ਕਰਦੇ ਹਾਂ, ਫਿਰ ਉਹਦੇ ਅਸਥ ਪਾਉਣ ਦੇ ਵਾਸਤੇ ਪਹਿਲਾਂ ਤਾਂ ਹੱਡੀਆਂ ਵਿੱਚੋਂ ਅੱਡ ਚੁਗਣਗੇ, ਉਹ ਅਸੀਂ ਚੁਗਦੇ ਹਾਂ ਤੇ ਕੋਈ ਲੈ ਕੇ ਉਹਨੂੰ ਹਰਿਦੁਆਰ ਨੂੰ ਜਾਂਦਾ ਗੰਗਾ ਵਿੱਚ ਪਾਉਣ ਲਈ, ਕੋਈ ਕਿਤੇ ਕੋਈ ਕਿਤੇ, ਔਰ ਕਿੰਨਾ ਕਿੰਨਾ ਧਨ ਖਰਚ ਕੇ, ਕੋਈ ਗੱਡੀ ਕਿਰਾਏ 'ਤੇ ਕਰਕੇ, ਕੋਈ ਕੁਛ ਕਰਕੇ। ਲੇਕਿਨ ਜਦੋਂ ਅਸੀਂ ਰਹਿਤ ਮਰਿਆਦਾ ਨੂੰ ਪੜ੍ਹੀਏ ਤਾਂ ਉਹਦੇ ਵਿੱਚ ਵਚਨ ਇਹ ਨੇ ਵੀ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਗਿਆ, ਇੱਕ ਤਾਂ ਅੰਗੀਠਾ ਫਰੋਲਣਾ ਨਹੀਂ, ਸਮੇਤ ਰਾਖਦੇ ਉਹਨੂੰ ਇਕੱਠਾ ਕਰ ਲਿਆ ਜਾਏ, ਤੇ ਫਿਰ ਉਹਦੇ ਤੋਂ ਬਾਅਦ ਨੇੜੇ ਕਿਸੇ ਵਗਦੇ ਹੋਏ ਜਲ ਵਿੱਚ ਜੇ ਪਾਣੀ ਦਾ ਵਹਾਅ ਹੈ ਤੇ ਉੱਥੇ ਪਾ ਦਿੱਤਾ ਜਾਏ। ਜੇ ਨਹੀਂ ਹੈ ਤਾਂ ਧਰਤੀ ਦੇ ਵਿੱਚ ਡੂੰਘਾ ਟੋਇਆ ਕੱਢ ਕੇ ਉਹਦੇ ਵਿੱਚੋਂ ਦੱਬੇ ਵੀ ਜਾ ਸਕਦੇ। ਤੇ ਸਾਨੂੰ ਇਹ ਯਤਨ ਹੁਣ ਕਰਨਾ ਚਾਹੀਦਾ, ਕਿਉਂਕਿ ਨਦੀਆਂ ਦਰਿਆਵਾਂ ਵਿੱਚ ਜਲ ਦਾ ਪੱਧਰ ਜਿਹੜਾ ਉਹ ਬੜਾ ਥੱਲੇ ਚਲਾ ਗਿਆ। ਅਸੀਂ ਪਾ ਕੇ ਹੋਰ ਖਰਾਬ ਕਰੀ ਜਾਂਦੇ, ਔਖਾ ਕਰੀ ਜਾਂਦੇ ਹਾਂ। ਤੇ ਸਾਨੂੰ ਸਗੋਂ ਚਾਹੀਦਾ ਬਈ ਅਸੀਂ ਉਹ ਅਸਥ ਜਿਹੜੇ ਨੇ ਕਿਤੇ ਡੂੰਘਾ ਟੋਇਆ ਕੱਢ ਕੇ ਪਾ ਕੇ ਤੇ ਫਿਰ ਵਿੱਚ ਮਿੱਟੀ ਪਾ ਕੇ ਉੱਥੇ ਕੋਈ ਸੋਹਣਾ ਜਿਹਾ ਪੌਦਾ ਲਾ ਦਈਏ, ਕੋਈ ਰੁੱਖ ਲਾ ਦਈਏ, ਔਰ ਉਹ ਰੁੱਖ ਜਿਵੇਂ ਜਿਵੇਂ ਹੋਏਗਾ ਉਹਦੀ ਛਾਇਆ ਥੱਲੇ ਕੋਈ ਬੈਠੇਗਾ, ਕਿੰਨੀਆਂ ਅਸੀਸਾਂ ਦੇਗਾ, ਸदैव ਦੀ ਯਾਦ ਹੋ ਜਾਏਗੀ। ਸਾਨੂੰ ਇਸ ਪਾਸੇ ਮੁੜਨਾ ਚਾਹੀਦਾ, ਬਜਾਏ ਕਿ ਨਦੀਆਂ ਦਰਿਆਵਾਂ ਦੇ ਵਿੱਚ। ਹੁਣ ਅਸੀਂ ਦੇਖਦੇ ਹਾਂ, ਪਹਿਲਾਂ ਕੀਰਤਪੁਰ ਸਾਹਿਬ ਸੀ, ਉੱਥੇ ਢੇਰ ਲੱਗ ਗਿਆ, ਪਾਣੀ ਆਉਂਦਾ ਨਹੀਂ ਸੀ, ਉਹਨਾਂ ਰੁਕਿਆ ਰਹਿੰਦਾ ਹੈ ਕੁਝ ਪਤਾਲਪੁਰੀ। ਹੁਣ ਸਾਡੇ ਲੋਕਾਂ ਦਾ ਗੋਇੰਦਵਾਲ ਸਾਹਿਬ ਵੱਲ ਮਹਾਨ ਹੋ ਗਿਆ, ਹੁਣ ਉੱਥੇ ਵੀ ਬਿਆਸਾ 'ਚ ਪਾਣੀ ਤਾਂ ਇੰਨਾ ਹੈ ਨਹੀਂ ਹੈ, ਜੇ ਹੈ ਉਹ ਚਲੋ ਵਹਿਣ ਥੋੜ੍ਹਾ ਬਹੁਤ ਹੈ, ਉਹ ਫਿਰ ਜਿਵੇਂ ਸੁੱਟੀ ਜਾਂਦੇ ਆ ਢੇਰ ਲੱਗ ਜਾਣਾ। ਇਸੇ ਕਰਕੇ ਸਾਨੂੰ ਇਹਨਾਂ ਵਹਿਮਾਂ ਭਰਮਾਂ 'ਚੋਂ ਜਿੱਥੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੱਢਿਆ, ਬਾਹਰ ਕੀਤਾ, ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਮਹਾਰਾਜ ਨੇ ਮਰਿਆਦਾ ਸਿਖਾਈ ਸਾਨੂੰ ਬਈ ਇੱਕ ਤਾਂ ਤੂੰ ਇਹ ਨਹੀਂ ਵਿਚਾਰ ਕਰਨੀ ਵੀ ਮੁਕਤ ਹੋਇਆ ਕਿ ਨਹੀਂ ਹੋਇਆ, ਐਵੇਂ ਤੈਨੂੰ ਕੋਈ ਚੱਕਰ 'ਚ ਪਾ ਕੇ ਤੁਰਿਆ ਫਿਰੇ ਬਈ ਮੈਂ ਜੀ ਇਹ ਸਾਡਾ ਤਾਂ ਜੀ ਅਜੇ ਫਲਾਣਾ ਮੁਕਤ ਨਹੀਂ ਹੋਇਆ, ਉਹ ਤਾਂ ਜੇ ਰਸਤੇ ਦੇ ਵਿੱਚ ਆ, ਉਹ ਤਾਂ ਕਿਤੇ ਗਿਆ ਨਹੀਂ, ਪਹੁੰਚਿਆ ਨਹੀਂ, ਇਹੋ ਜਿਹੀਆਂ ਗੱਲਾਂ ਕਰੇ। ਉਹਦੀ ਥਾਂ 'ਤੇ ਕਹਿੰਦੇ ਤੁਸੀਂ ਭਾਈ ਕੇਵਲ ਤੇ ਕੇਵਲ ਜਿਹੜਾ ਹੈ ਉਹ ਸਾਦੇ ਢੰਗ ਦੇ ਨਾਲ ਪ੍ਰਾਣੀ ਨੂੰ ਅਗਨ ਭੇਂਟ ਜਿਹੜਾ ਸਰੀਰ ਜਿਵੇਂ ਕਰਕੇ, ਉਹਦੇ ਤੋਂ ਬਾਅਦ ਉਹਦੇ ਅਸਥ ਜੇ ਪਾਣੀ ਨੇੜੇ ਵਹਿੰਦਾ ਜ਼ਿਆਦਾ ਵਹਿਣ ਵਧੀਆ ਤਾਂ ਉੱਥੇ ਪਾ ਦਿਓ, ਨਹੀਂ ਤੇ ਧਰਤੀ 'ਚ ਦੱਬ ਦਿਓ, ਕੋਈ ਬਾਤ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਦੋਂ 1574 ਤੱਕ ਤਖਤ 'ਤੇ ਰਹੇ, ਸਰੀਰ ਕਰਕੇ, ਕਿਉਂਕਿ ਜੋਤ ਕਰਕੇ ਤਾਂ ਗੁਰੂ ਅੱਜ ਵੀ ਹੈ। ਤੇ ਭੱਟ ਸਾਹਿਬਾਨ ਨੇ ਜਦੋਂ ਇਹ ਬਚਨ ਆਖਿਆ ਨਾ, ਗੁਰੂ ਅਮਰਦਾਸ ਮਹਾਰਾਜ ਦੀ ਸਿਫਤ ਕੀਤੀ ਹੈ, ਉਹ ਕਹਿੰਦੇ ਦਾਤਾ ਜੀ ਤੇਰੀਆਂ ਕਿੰਨੀਆਂ ਵਡਿਆਈਆਂ, ਕਿੰਨੀਆਂ ਸਿਫਤਾਂ ਕਰੀਏ, ਲੇਕਿਨ ਤੇਰੇ ਗੁਣ ਕਹੇ ਨਹੀਂ ਜਾ ਸਕਦੇ। ਤੇ ਬਚਨ ਵਰਤਿਆ, ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ, ਉਨੈ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਕਹਿੰਦੇ ਮਾਲਕ ਜੀ ਤੇਰੇ ਗੁਣ ਉਹ ਕਹੇ ਨਹੀਂ ਜਾ ਸਕਦੇ, ਤੇਰੀਆਂ ਵਡਿਆਈਆਂ ਕੀਤੀਆਂ ਨਹੀਂ ਜਾ ਸਕਦੀਆਂ। ਤੋ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ, ਜਿਹਨੂੰ ਸਿੱਖੀ ਦਾ ਧੁਰਾ ਆਖਿਆ, ਉੱਥੇ ਰਹਿੰਦਿਆਂ ਸਤਿਗੁਰਾਂ ਨੇ ਜਿੱਥੇ ਧਾਰਮਿਕ ਤੌਰ 'ਤੇ, ਰੂਹਾਨੀਅਤ ਦੇ ਤੌਰ 'ਤੇ ਸਾਡੀ ਅਗਵਾਈ ਕੀਤੀ, ਉੱਥੇ ਸਮਾਜ ਵਿੱਚ ਜਿਹੜੀਆਂ ਬੁਰਾਈਆਂ ਕੁਰੀਤੀਆਂ ਸਨ, ਉਹਨਾਂ ਨੂੰ ਦੂਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਨਰੋਆ ਸਮਾਜ ਸਿਰਜਣ ਦੇ ਵਿੱਚ, ਚਾਹੇ ਉਹ ਵਕਤ ਦੀ ਹਕੂਮਤ ਨੂੰ ਕਹਿਣਾ ਪਿਆ ਹੋਵੇ, ਜਾਂ ਮਹਾਰਾਜ ਜੀ ਨੇ ਆਪ ਕਿਰਪਾ ਕਰਕੇ ਨਿਯਮ ਬਣਾ ਦਿੱਤੇ, ਬਖਸ਼ਿਸ਼ਾਂ ਕਰ ਦਿੱਤੀਆਂ, ਪੰਗਤ ਦਾ ਸੰਗਤ ਦਾ ਨਿਯਮ ਬਣਾ ਦਿੱਤਾ, ਬੌਲੀ ਸਾਹਿਬ ਵਰਗਾ ਅਸਥਾਨ ਜਿਹੜਾ ਉਹ ਸਾਨੂੰ ਬਖਸ਼ਿਸ਼ ਕੀਤਾ ਬਈ ਬਾਣੀ ਨਾਲ ਜੁੜੀ, ਮੁਕਤੀ ਤਾਂ ਤੇਰੀ ਇਸੇ ਵਿੱਚ ਹੀ ਹੈ। ਉਹਦੇ ਤੋਂ ਬਾਅਦ ਸਾਨੂੰ ਵਾਧੂ ਦੇ, ਜੇ ਅੱਜ ਅਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਦੀ ਗੱਲ ਕਰ ਰਹੇ ਹਾਂ, ਤੇ ਸਾਨੂੰ ਜਿਹੜਾ ਹੈ ਮਿਰਤਕ ਤੋਂ ਬਾਅਦ
ਕੋਈ ਵੱਡੀ ਉਮਰ ਦਾ ਹੋ ਕੇ ਗਿਆ, ਸਿਆਣੇ ਜੀ ਬੁੱਢਾ ਹੈ ਜਾਂ ਮਾਤਾ, ਇਹਨੂੰ ਵੱਡਿਆਂ ਕਰਨਾ ਆ, ਰਸਗੁੱਲੇ ਬਣਾਉਣੇ ਆ, ਕੁਝ ਬਣਾਉਣੇ ਆ, ਧਨਾੜ ਬੰਦਾ ਤਾਂ ਭਾਈ ਬਣਾ ਲੈਂਦਾ, ਪਰ ਗਰੀਬ ਦਾ ਮਰਨ ਹੋ ਜਾਂਦਾ, ਉਹਨੂੰ ਵੀ ਪਰਤ ਕੇ ਮਗਰੋਂ ਕੁਝ ਕਰਨਾ ਪੈਂਦਾ। ਅਸਲ ਵਿੱਚ ਇਹ ਹੈ ਕਿ ਸੰਗਤ ਜੁੜੇ, ਗੁਰੂ ਦੇ ਦਰ 'ਤੇ ਜੁੜ ਕੇ ਔਰ ਸਿੰਪਲ ਤਰੀਕੇ ਦੇ ਨਾਲ, ਢੰਗ ਦੇ ਨਾਲ, ਮਾਲਕ ਦੀ ਬਾਣੀ ਨਾਲ ਜੁੜਨ। ਸਾਦਾ ਜਿਹੜਾ ਹੈ ਲੰਗਰ ਪ੍ਰਸ਼ਾਦਾ ਉਹ ਵੀ ਲੋੜਵੰਦ ਛਕੇ। ਬਾਹਲੇ ਕਰਮਾਂ 'ਚ ਨਾ ਪੈ ਕੇ ਆਪਣਾ ਜੀਵਨ ਗਵਾਉਣ ਦਾ ਯਤਨ ਨਾ ਕਰੀਏ, ਕਰਜ਼ਾਈ ਨਾ ਹੋਈਏ ਔਰ ਇਹਨਾਂ ਕਰਮ ਕਾਂਡਾਂ ਤੋਂ ਦੂਰ ਹੋ ਕੇ ਗੁਰੂ ਦੀਆਂ ਅਸੀਸਾਂ ਦੇ ਪਾਤਰ ਬਣੀਏ। ਅਸੀਂ ਮਾਲਕ ਕਿਰਪਾ ਕਰਨ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।